दोस्तों मैं ਤੁਹਾਡਾ अपना SK सक्सेना ਤਾਂ ਤੁਸੀਂ ਦੇ ਰਹੇ ਹੋ ਆਜ ਤੱਕ ਆਮਨੇ ਸਾਹਮਣੇ ਲਾਈਵ ਟੈਲੀਕਾਸਟ। ਦੋਸਤੋ ਅੱਜ ਤੁਹਾਨੂੰ ਐਸੇ ਦੁਖਦਰਦ ਇਨਸਾਨਾਂ ਦੇ ਨਾਲ ਮਿਲਾਉਣ ਜਾ ਰਿਹਾ ਜਿਨ੍ਹਾਂ ਦੀ ਕਾਫੀ ਦੇਰ ਤੋਂ ਲੰਬੇ ਸਮੇਂ ਤੋਂ ਸਰਕਾਰ ਦੇ ਨਾਲ ਜੋ ਪਰੇਸ਼ਾਨੀ ਚੱਲ ਰਹੀ ਹੈ, ਸਰਕਾਰਾਂ ਨੇ ਦੇ ਹੱਕ 'ਚ ਗੱਲ ਕਿਉਂ ਨਹੀਂ ਕਰਦੀਆਂ, ਇਹਨਾਂ ਦੀ ਪਰੇਸ਼ਾਨੀ ਦਾ ਹੱਲ ਕਿਉਂ ਨਹੀਂ ਲੱਭਦੀਆਂ। भैया की समस्या की आ रही ਤੁਹਾਨੂੰ ਸਰਕਾਰ ਕੋ ਕੀ ਮੰਗ ਕਰਦੇ ਹੋ ਤੁਸੀਂ ਕਿ ਸਾਨੂੰ ਪੱਕੇ ਕੀਤਾ ਜਾਵੇ। ਕਿੰਨੀ ਦੇਰ ਹੋ ਗਿਆ ਤੁਹਾਨੂੰ ਜੋ ਸਫਾਈ ਦੀ ਸੇਵਾ ਨਿਭਾਉਂਦੇ ਹੋਏ 9 ਸਾਲ 9 ਸਾਲ ਹੋ ਗਿਆ। 9 ਸਾਲਾਂ ਵਿੱਚ ਤੁਸੀਂ ਇਹ ਸੇਵਾ ਮਤਲਬ ਇੱਕ ਹਿਸਾਬ ਦੀ ਫ੍ਰੀ ਆਫ ਕਾਸਟ ਹੀ ਨਿਭਾ ਰਹੇ ਹੋ। ਹਾਂਜੀ ਇਸੇ ਆਸ 'ਚ ਕਿ ਸਰਕਾਰਾਂ ਤੁਹਾਨੂੰ ਪੱਕੇ ਕਰਨਗੇ ਕਿਤੇ ਕਿਤੇ। ਹਾਂਜੀ 8-9 ਸਾਲਾਂ ਦੇ ਵਿੱਚ ਸਰਕਾਰਾਂ ਕਿਸੇ ਸਰਕਾਰ ਨੇ ਤੁਹਾਡੀ ਬਾਹ ਨਹੀਂ ਫੜੀ ਮੈਡਮ। ਨਹੀਂ ਜੀ, ਹੁਣ ਕੀ ਮੰਗ ਹੈ ਸਰਕਾਰ ਕਿ ਸਾਨੂੰ ਪੱਕੇ ਕੀਤਾ ਜਾਵੇ। ਕੀ ਲੰਬੇ ਸਮੇਂ ਤੋਂ ਆ ਰਹੀਆਂ ਤੇ ਚਾਹੁੰਦੇ ਕੀ ਨਾ, ਤੇ ਸਰਕਾਰ ਇਹਨਾਂ ਦੇ ਹੱਕ 'ਚ ਫੈਸਲਾ ਕਿਉਂ ਨਹੀਂ ਕਰ ਰਹੀ ਹੈ, ਸਰਕਾਰ ਇਹਨਾਂ ਦੀ ਸੁਣਵਾਈ ਕਿਉਂ ਨਹੀਂ ਕਰ ਰਹੀ। ਆਓ ਅਸੀਂ ਗੱਲਬਾਤ ਕਰਾਂਗੇ ਸਫਾਈ ਕਰਮਚਾਰੀ ਨਾਲ। ਹਾਂਜੀ ਅਸ਼ੋਕ ਜੀ, ਅੱਜ ਤੁਸੀਂ ਖੜੇ ਹੋ, ਸਾਰੇ ਸਫਾਈ ਕਰਮਚਾਰੀ ਵੀ ਤੁਹਾਡੇ ਨਾਲ ਖੜੇ ਆ, ਕੀ ਕਾਰਨ ਕੀ ਹੈ ਵੱਡਾ ਤੇ ਸਮੱਸਿਆ ਕੀ ਆ ਰਹੀ ਹੈ? ਨਮਸਕਾਰ ਜੀ। ਸਭ ਤੋਂ ਪਹਿਲੇ ਸਫਾਈ ਕਰਮਚਾਰੀਆਂ ਦੀ ਸਮੱਸਿਆ ਸਕਸੈਨਾ ਜੀ ਜਿੱਦਾਂ ਤੁਸੀਂ ਜਾਣਦੇ ਹੋ ਪਿਛਲੇ 10 ਸਾਲਾਂ ਤੋਂ ਆ ਰਹੀ ਹੈ। ਇਹ ਉਹ ਸਫਾਈ ਕਰਮਚਾਰੀ ਸਾਥੀ ਖੜੇ ਹੈ ਜਿਹੜੇ ਪਿਛਲੇ 10 ਸਾਲ ਤੋਂ ਨਗਰ ਨਿਗਮ ਜਲੰਧਰ ਦਾ ਕੰਮ ਬਿਨਾਂ ਸੈਲਰੀ ਤੋਂ ਕਰ ਰਹੇ ਹੈ। ਠੀਕ ਹੈ ਜੀ। ਔਰ ਇਹਦੇ ਪਿੱਛੇ ਸਿਰਫ ਕਾਰਨ ਜਿਹੜਾ ਇਹਨਾਂ ਦਾ ਕੰਮ ਕਰਨ ਦਾ ਲਗਾਤਾਰ ਅੱਜ ਤੱਕ ਇਹ ਹੈ ਕਿ ਇੱਕ ਵਾਰੀ ਮੇਅਰ ਰਾਕੇਸ਼ ਰਾਠੌਰ ਨੇ ਇਹਨਾਂ ਨੂੰ ਦੀਵਾਲੀ ਵਾਲੇ ਦਿਨ ਦਫ਼ਤਰ ਵਿੱਚ ਬੁਲਾ ਕੇ ਸਾਨੂੰ ਕੁਝ ਪੈਸੇ ਦਿੱਤੇ ਸੀਗੇ ਕਿ ਤੁਸੀਂ ਦੀਵਾਲੀ ਦਾ ਤਿਉਹਾਰ ਹਲਕਾ ਪਤਲਾ ਜਿੱਦਾਂ ਦਾ ਵੀ ਤੁਹਾਡੇ ਕੋਲ ਮਨ ਹੁੰਦਾ ਮਨਾਓ, ਪਰ ਜਿਵੇਂ ਸਰਕਾਰ ਦੀ ਕੋਈ ਵੀ ਪਾਲਿਸੀ ਆਈ ਅਸੀਂ ਸਭ ਤੋਂ ਪਹਿਲੇ ਤੁਹਾਨੂੰ ਰੈਗੂਲਰ ਨੌਕਰੀ ਦੇਵਾਂਗੇ। ਠੀਕ ਹੈ। ਸੋ ਰੈਗੂਲਰ ਨੌਕਰੀ ਤਾਂ ਅਜੇ ਤੱਕ ਨਹੀਂ ਮਿਲੀ, ਪਰ ਜੇ ਹੁਣ ਮਿਲਣ ਦੀ ਆਸ ਹੈਗੀ ਰੈਗੂਲਰ ਨੌਕਰੀ, ਤਾਂ ਉਹਦੇ ਵਿੱਚ ਜਿਹੜੇ ਥੱਲੇ ਬੈਠੇ ਲੋਕ ਹੈ ਨਗਰ ਨਿਗਮ ਜਲੰਧਰ ਦੇ ਥੱਲੇ ਬੈਠੇ ਜਿਹੜੇ ਲੋਕ ਹੈ ਉਹ ਉਹਦੇ ਵਿੱਚ ਅੜਚਨਾ ਪੈਦਾ ਕਰ ਰਹੇ ਹੈ। ਸੋ ਅੱਜ ਅਸੀਂ ਜਿਹੜਾ ਮੀਡੀਆ ਨੂੰ ਆਪਣੇ ਨਾਲ ਲੈ ਕੇ ਸਹਾਇਤਾ ਲੈ ਕੇ ਤੁਹਾਡੇ ਸਨਮੁਖ ਪੇਸ਼ ਹੋਏ ਹੈ, ਉਹਦੇ ਪਿੱਛੇ ਇਹ ਕਾਰਨ ਹੈ ਕਿ ਇਹ ਜਿਹੜੇ ਸਫਾਈ ਕਰਮਚਾਰੀ ਜਿਹੜੇ 10 ਸਾਲਾਂ ਤੋਂ ਲਗਾਤਾਰ ਮਿਹਨਤ ਕਰਦੇ ਆ ਰਹੇ ਹੈ, ਇਹਨਾਂ ਦੀ ਮਿਹਨਤ 'ਤੇ ਪਾਣੀ ਨਾ ਫੇਰ ਹੋਵੇ ਔਰ ਇਹਨਾਂ ਨੂੰ 21 ਦਸੰਬਰ ਨੂੰ ਜਿਹੜਾ ਹੈ ਉਹ ਇਨਸਾਫ ਮਿਲੇ, ਕਿਉਂਕਿ ਮਾਣਯੋਗ ਨੈਸ਼ਨਲ ਕਮਿਸ਼ਨ ਆਫ ਸ਼ਡਿਊਲ ਕਾਸਟ ਭਾਰਤ ਸਰਕਾਰ ਦੇ ਜਿਹੜੇ ਚੇਅਰਮੈਨ ਸਾਹਿਬ ਹੈ ਉਹਨਾਂ ਨੇ ਬਿਲਕੁਲ ਇਹਨਾਂ ਦੇ ਹੱਕ ਦੇ ਵਿੱਚ ਫੈਸਲਾ ਸੁਣਾ ਦਿੱਤਾ ਹੈ ਕਿ ਇਹਨਾਂ 180 ਤੋਂ 110 ਕਰਮਚਾਰੀਆਂ ਨੂੰ ਜਿਹੜਾ ਹੈ ਉਹ 21 ਦਸੰਬਰ ਨੂੰ ਰੈਗੂਲਰ ਹੋਣਾ ਚਾਹੀਦਾ ਹੈ, ਅਦਰਵਾਈਜ਼ ਜਿਹੜੇ ਹੈ ਕਮਿਸ਼ਨਰ ਨਗਰ ਨਿਗਮ ਦੇ ਉੱਤੇ ਕਾਨੂੰਨੀ ਕਾਰਵਾਈ ਹੋ ਸਕਦੀ ਹੈ। ਅਸ਼ੋਕ ਜੀ, ਜਿਹੜਾ ਫੈਸਲਾ ਸੁਣਾਇਆ ਕਿੰਨੀ ਦੇਰ ਹੋ ਗਈ ਹੈ? ਫੈਸਲਾ ਤਾਂ 2014 ਦਾ ਸੁਣਾਇਆ ਹੋਇਆ ਜੀ। ਠੀਕ ਹੈ। ਪਰ ਨਗਰ ਨਿਗਮ ਨੇ ਉਹਨੂੰ ਇੰਪਲੀਮੈਂਟ ਨਹੀਂ ਕੀਤਾ। ਉਹ ਫੈਸਲਾ ਸੀਗਾ ਨੈਸ਼ਨਲ ਕਮਿਸ਼ਨ ਫਾਰ ਸਫਾਈ ਕਰਮਚਾਰੀ ਭਾਰਤ ਸਰਕਾਰ ਦਾ ਜੀ। ਠੀਕ ਹੈ। ਸੋ ਨੈਸ਼ਨਲ ਕਮਿਸ਼ਨ ਸਫਾਈ ਕਰਮਚਾਰੀ ਨੇ ਉਹ ਫੈਸਲਾ ਜਿਹੜਾ ਹੈ ਆਪਣਾ ਐਜ਼ ਇਟ ਇਜ਼ ਨੈਸ਼ਨਲ ਕਮਿਸ਼ਨ ਸ਼ਡਿਊਲ ਕਾਸਟ ਨੂੰ ਟ੍ਰਾਂਸਫਰ ਕਰ ਦਿੱਤਾ ਵੀ ਸਾਡੇ ਫੈਸਲੇ ਨੂੰ ਨਗਰ ਨਿਗਮ ਜਲੰਧਰ ਜਿਹੜਾ ਬਾਰ-ਬਾਰ ਇਗਨੋਰ ਕਰੇ ਜਾ ਰਿਹਾ ਹੈ। ਸੋ ਨੈਸ਼ਨਲ ਕਮਿਸ਼ਨ ਸ਼ਡਿਊਲ ਕਾਸਟ ਦੇ ਜਿਹੜੇ ਆਨਰੇਬਲ ਚੇਅਰਮੈਨ ਹੈਗੇ ਆ ਉਹਨਾਂ ਕੋਲ ਸੁਪਰੀਮ ਕੋਰਟ ਦੀਆਂ ਸੰਵਿਧਾਨਿਕ ਪਾਵਰਾਂ ਹੋਣ ਦੇ ਕਾਰਨ ਉਹਨਾਂ ਨੇ ਇਹਨਾਂ ਨੂੰ ਦਿੱਤਾ ਔਰ ਇਹ ਜਿਹੜਾ ਨੈਸ਼ਨਲ ਕਮਿਸ਼ਨ ਸ਼ਡਿਊਲ ਕਾਸਟ ਦੇ ਵਿੱਚ ਜਿਹੜਾ ਮਾਨਯੋਗ ਕਮਿਸ਼ਨਰ ਸਾਹਿਬ ਔਰ ਚੀਫ ਸੈਕਟਰੀ ਚੰਡੀਗੜ੍ਹ ਸਾਹਿਬ ਪੇਸ਼ ਹੋ ਕੇ ਇਹ ਚੀਜ਼ ਕਹਿ ਚੁੱਕੇ ਹੈ ਵੀ ਅਸੀਂ ਇਹਨਾਂ ਕਰਮਚਾਰੀਆਂ ਨੂੰ ਇਹਨਾਂ ਦੇ ਵਾਰਡ ਦੇ ਵਿੱਚ ਵੈਰੀਫਾਈ ਕਰਕੇ ਇਹਨਾਂ ਨੂੰ ਰੈਗੂਲਰ ਨੌਕਰੀ ਦੇਵਾਂਗੇ। ਸੋ ਅਸੀਂ ਬੜੇ ਧੰਨਵਾਦੀ ਹਾਂ ਮਾਨਯੋਗ ਚੰਨੀ ਸਾਹਿਬ ਦੇ ਜਿਨ੍ਹਾਂ ਨੇ 1/7/2021 ਨੂੰ ਪੰਜਾਬ 'ਚੋਂ ਠੇਕੇਦਾਰੀ ਪ੍ਰਥਾ ਸਮਾਪਤ ਕਰਕੇ ਰੈਗੂਲਰ ਨੌਕਰੀ ਦੇ ਆਦੇਸ਼ ਜਾਰੀ ਕਰ ਦਿੱਤੇ ਹੋਏ ਹੈ। ਪਰ 1/7/2021 ਦੀ ਜਿਹੜੀ ਲੈਟਰ ਹੈ ਉਹ ਸਾਰੇ ਸਰਕਾਰੀ ਅਫਸਰਾਂ ਨੇ ਦਬਾ ਕੇ ਰੱਖੀ ਹੈ। ਸੋ ਕੱਲ੍ਹ ਉਹ ਲੈਟਰ ਮੈਂ ਚੰਡੀਗੜ੍ਹੋਂ ਲੈ ਕੇ ਆਇਆ, ਤੋ ਆਪਾਂ ਨੂੰ ਉਮੀਦ ਹੈ ਵੀ ਆਪਾਂ ਜਿਹੜਾ 1-2 ਦਿਨਾਂ ਦੇ ਵਿੱਚ ਤੁਹਾਡੇ ਮਾਧਿਅਮ ਰਾਹੀਂ ਉਹ ਲੈਟਰ ਇਹਨਾਂ ਦੇ ਨਗਰ ਨਿਗਮ ਕਮਿਸ਼ਨਰ ਦੇ ਡਿਪਟੀ ਕਮਿਸ਼ਨਰ ਸਾਹਿਬ ਦੇ ਰੂਬਰੂ ਕਰਾਂਗੇ ਔਰ ਉਹਨੂੰ ਇੰਪਲੀਮੈਂਟ ਕਰਾਵਾਂਗੇ। ਅਸ਼ੋਕ ਜੀ, ਉਸ ਲੈਟਰ ਦੇ ਵਿੱਚ ਖਾਸ ਤੌਰ ਤੇ ਕੀ ਲਿਖਿਆ ਹੈ? ਉਸ ਲੈਟਰ ਦੇ ਵਿੱਚ ਇਹ ਲਿਖਿਆ ਹੈ ਜੀ ਕਿ ਅੱਜ ਯਾਨੀ ਕਿ ਅੱਜ ਮੰਤਰੀ ਮੰਡਲ ਦਾ ਫੈਸਲਾ ਲਿੱਤਾ ਗਿਆ ਔਰ ਉਸ ਫੈਸਲੇ ਨੂੰ ਜਿਹੜਾ ਪੰਜਾਬ ਦੇ ਚੀਫ ਸੈਕਟਰੀ ਪ੍ਰਿੰਸੀਪਲ ਸੈਕਟਰੀ ਸਾਹਿਬ ਨੇ ਪਬਲਿਸ਼ ਕੀਤਾ ਕਿ 1/7/2021 ਤੋਂ ਪੰਜਾਬ ਦੇ ਵਿੱਚ ਜਿਹੜੇ ਕਰਮਚਾਰੀ ਠੇਕੇ 'ਤੇ ਜਾਂ ਗੈਰ ਠੇਕੇ 'ਤੇ ਕੰਮ ਕਰ ਰਹੇ ਹੈ, ਖਾਸ ਕਰਕੇ ਸਫਾਈ ਕਰਮਚਾਰੀ, ਉਹਨਾਂ ਤੋਂ ਠੇਕੇਦਾਰੀ ਪ੍ਰਥਾ ਸਮਾਪਤ, ਉਹਨਾਂ ਨੂੰ ਰੈਗੂਲਰ ਕੀਤਾ ਜਾਵੇ। ਸੋ ਆਪਣੇ ਸਾਡੇ ਜਿਹੜੇ ਕਰਮਚਾਰੀ ਹੈ
ਇਹ ਠੇਕੇ ਦੇ ਨਾਲ ਹੋਣ ਦੇ ਮੁਹੱਲਾ ਸੈਨੀਟੇਸ਼ਨ ਕਮੇਟੀ ਦੇ ਸਫਾਈ ਕਰਮਚਾਰੀ ਹੈ ਔਰ ਮੁਹੱਲਾ ਸੈਨੀਟੇਸ਼ਨ ਕਮੇਟੀ ਜਿਹੜੀ ਹੈ ਮਾਨਯੋਗ ਸਰਦਾਰ ਪ੍ਰਕਾਸ਼ ਸਿੰਘ ਬਾਦਲ ਔਰ ਮਨੋਰੰਜਨ ਕਾਲੀਆ ਜੀ 2009 ਦੇ ਵਿੱਚ ਸਮਾਪਤ ਕਰਕੇ ਪੱਕੀਆਂ ਨੌਕਰੀਆਂ ਦੇ ਚੁੱਕੇ ਹੈ, ਪਰ ਇਹ ਕਿਸੇ ਕਾਰਨ ਵਾਂਝੇ ਰਹਿ ਗਏ। ਇਸ ਕਰਕੇ ਇਹਨਾਂ ਨੇ ਫਿਰ ਜਦੋਂ ਰਾਸ਼ਟਰੀ ਸਫਾਈ ਕਰਮਚਾਰੀ ਸੰਗਠਨ ਨਾਲ ਅਪਰੋਚ ਕੀਤੀ ਤਾਂ ਸਾਡੇ ਆਦਰਣੀय ਪ੍ਰਧਾਨ ਰਿੰਪੀ ਕਲਿਆਣ ਜੀ, ਚੇਅਰਮੈਨ ਬੰਟੂ ਸੱਭਰਵਾਲ ਜੀ, ਪਵਨ ਬਾਬਾ ਜੀ ਔਰ ਮੈਂ ਇਹਨਾਂ ਦਾ ਕੇਸ ਜਿਹੜਾ ਇੰਡੀਵਿਜੂਅਲੀ ਰਾਸ਼ਟਰੀ ਸਫਾਈ ਕਰਮਚਾਰੀ ਦਾ ਮਹਾਸਚਿਵ ਭਾਰਤ ਹੋਣ ਦੇ ਨਾਤੇ ਇਹਨਾਂ ਦਾ ਕੇਸ ਜਿਹੜਾ ਕਮਿਸ਼ਨ ਵਿੱਚ ਦਾਇਰ ਕੀਤਾ ਔਰ ਅੱਜ ਉਹ ਕੇਸ ਜਿਹੜਾ ਪੂਰੀ ਤਰ੍ਹਾਂ ਇੰਪਲੀਮੈਂਟ ਹੋ ਚੁੱਕਿਆ ਹੋਇਆ। ਸਿਰਫ ਥੱਲੇ ਦੇ ਲੋਕ ਜਿੱਦਾਂ ਕਿ ਕਹਾਵਤ ਹੈ ਵੀ ਦੁੱਧ ਦੇਣਾ ਪਰ ਦੇਣਾ ਮੰਗਣਾ ਪਾ ਕੇ। ਹੁਣ ਸਮੱਸਿਆ ਕੀ ਆ ਰਹੀ ਹੈ ਤੁਹਾਨੂੰ ਸਾਰਿਆਂ ਸਮੱਸਿਆ ਨੂੰ? ਇਹਨਾਂ ਦੀ ਵੈਰੀਫਿਕੇਸ਼ਨ ਦੀ ਹੈ ਜੀ। 1.5 ਮਹੀਨੇ ਦਾ ਟਾਈਮ ਸੀਗਾ ਵੀ 1.5 ਮਹੀਨੇ ਦੇ ਵਿੱਚ ਇਹਨਾਂ ਦੀ ਵੈਰੀਫਿਕੇਸ਼ਨ ਜਿਹੜੀ ਹੈ ਉਹ ਏਰੀਆ ਵਾਈਜ਼ ਹੋ ਜਾਊਗੀ, ਪਰ ਮਾਨਯੋਗ ਕਮਿਸ਼ਨਰ ਨਗਰ ਨਿਗਮ ਜਲੰਧਰ ਸਾਹਿਬ ਵੱਲੋਂ ਅਜੇ ਤੱਕ ਉਸ ਵੈਰੀਫਿਕੇਸ਼ਨ ਨੂੰ ਇੰਪਲੀਮੈਂਟ ਨਹੀਂ ਕੀਤਾ ਜਾ ਰਿਹਾ ਕਿਉਂਕਿ ਉਹਦੇ ਵਿੱਚ ਅਸੀਂ ਇਨਵੋਲਵ ਨਹੀਂ ਹਾਂ। ਸਾਨੂੰ ਨਹੀਂ ਪਤਾ ਵੈਰੀਫਿਕੇਸ਼ਨ ਹੋ ਰਹੀ ਹੈ ਕਿ ਨਹੀਂ ਹੋ ਰਹੀ ਹੈ। ਅਗਰ ਹੋ ਰਹੀ ਹੈ ਤਾਂ ਕਿਸ ਪੱਧਰ ਤੇ ਹੋ ਰਹੀ ਹੈ ਔਰ ਕੌਣ ਕਰਾ ਰਿਹਾ ਹੈ। ਅਸ਼ੋਕ ਜੀ, ਹੋ ਸਕਦਾ ਕਿ ਗੁਪਤ ਤਰੀਕੇ ਨਾਲ ਵੀ ਕੋਈ ਵੈਰੀਫਿਕੇਸ਼ਨ ਕਰ ਰਹੇ ਹੋਣ ਜਾਂ ਤੁਹਾਨੂੰ ਨਾ ਇਸ ਬਾਰੇ ਇਨਫੋਰਮੇਸ਼ਨ ਦਿੱਤੀ ਹੋਏ ਸਾਨੂੰ? ਨਹੀਂ, ਗੁਪਤ ਤਰੀਕੇ ਨਾਲ ਵੈਰੀਫਿਕੇਸ਼ਨ ਸਫਾਈ ਕਰਮਚਾਰੀ ਦੀ ਨਹੀਂ ਹੋ ਸਕਦੀ ਕਿਉਂਕਿ ਇਹ ਕਿਹੜਾ ਚੋਰ ਹੈ ਵੀ ਜਿਹੜੀ ਤੇ ਗੁਪਤ ਹੋ ਰਹੀ ਹੈ, ਇਨਵੈਸਟੀਗੇਸ਼ਨ ਹੋ ਰਹੀ ਹੈ। ਮੰਨ ਲਓ ਇਸ ਵਾਰਡ ਦੇ ਵਿੱਚ ਸਾਡੇ ਅਸ਼ੋਕ ਕੁਮਾਰ ਜੀ ਹੈਗੇ ਆ ਖੜੇ, ਇਹ ਫੇਸ ਆਪਣਾ 2 ਦੇ ਵਿੱਚ ਜਿਹੜੇ ਹੈ ਪਿਛਲੇ 12 ਸਾਲਾਂ ਤੋਂ ਰੈਕ ਪਿਕਿੰਗ ਔਰ ਜਿਹੜੇ ਘਰ ਦਾ ਕੂੜਾ ਚੱਕਣ ਦਾ ਕੰਮ ਦੇ ਨਾਲ ਸਫਾਈ ਕਰਮਚਾਰੀ ਦਾ ਕੰਮ ਕਰ ਰਹੇ ਔਰ ਇਹੀ ਉਹਨਾਂ ਕਰਮਚਾਰੀਆਂ ਦੀ ਦੇਖ ਰਹੇ ਹੈ ਕਿਉਂਕਿ ਸਾਡੇ ਬਹੁਤ ਹੀ ਸਤਿਕਾਰਯੋਗ ਉਸ ਇਲਾਕੇ ਦੇ ਕਾਉਂਸਲਰ ਬਿੱਲਾ ਜੀ ਦਾ ਪੂਰਾ ਨਾਮ ਜਸਵਿੰਦਰ ਬਿੱਲਾ ਜੀ ਨੇ ਇਹਨਾਂ ਨੂੰ ਜ਼ਿੰਮੇਵਾਰੀ ਲਾਈ ਸੀ ਵੀ ਤੁਸੀਂ ਅਸ਼ੋਕ ਜੀ ਇਹਨਾਂ ਬੰਦਿਆਂ ਨੂੰ ਦੇਖਣਾ, ਦੇਖ ਰੇਖ ਕੇ ਮੈਨੂੰ ਦੱਸਣਾ, ਤਾਂ ਜਦੋਂ ਵੀ ਸਰਕਾਰ ਦੀ ਪਾਲਿਸੀ ਆਈ ਆਪਾਂ ਇਹਨਾਂ ਨੂੰ ਪੱਕੇ ਕਰਾਂਗੇ। ਅਸ਼ੋਕ ਜੀ, ਜਿਹੜੀ ਵੈਰੀਫਿਕੇਸ਼ਨ ਹੋਣੀ ਚਾਹੀਦੀ ਹੈ ਤੁਹਾਡੇ ਮੁਤਾਬਿਕ ਵੈਰੀਫਿਕੇਸ਼ਨ ਕਿਸ ਤਰੀਕੇ ਦੇ ਨਾਲ ਹੋਣੀ ਚਾਹੀਦੀ ਹੈ? ਮੇਰੇ ਮੁਤਾਬਿਕ ਜਿਹੜੀ ਵੈਰੀਫਿਕੇਸ਼ਨ ਹੋਣੀ ਚਾਹੀਦੀ, ਜਿਹੜਾ ਵੈਰੀਫਿਕੇਸ਼ਨ ਦਾ ਕਾਨੂੰਨ ਹੈ ਜੀ ਕੋਰਟ ਦਾ ਜਾਂ ਮੰਨ ਲਓ ਸਰਕਾਰ ਦਾ ਲਾਅ ਹੈ ਵੈਰੀਫਿਕੇਸ਼ਨ ਹੋਣ ਦਾ, ਉਹਦੇ ਵਿੱਚ ਇੱਦਾਂ ਹੈ ਵੀ ਘੱਟੋ ਘੱਟ ਇਲਾਕੇ ਦੇ ਕਾਉਂਸਲਰ ਸਾਹਿਬ ਨਾਲ ਹੋਣੇ ਚਾਹੀਦੇ, ਰਾਸ਼ਟਰੀ ਸਫਾਈ ਕਰਮਚਾਰੀ ਸੰਗਠਨ ਦਾ ਇੱਕ ਨੁਮਾਇੰਦਾ ਵਿੱਚ ਹੋਣਾ ਚਾਹੀਦਾ ਔਰ ਵਾਰਡ ਦੇ ਉਹਦੇ ਜਿਹੜੇ ਅਸ਼ੋਕ ਜੀ ਹੋਣੇ ਚਾਹੀਦੇ ਆ, ਉਹਦੇ ਵਿੱਚ ਜਿਹੜੇ ਆਪਣੇ ਵਨ ਦੇ ਵਿੱਚ ਜਿਹੜੇ ਹਰੀ ਕ੍ਰਿਸ਼ਨ ਬਿੱਟੂ ਜੀ ਹੋਣੇ ਚਾਹੀਦੇ ਜਿਹੜੇ ਇਹਨਾਂ ਲੋਕਾਂ ਤੋਂ ਕੰਮ ਕਰਾ ਰਹੇ ਔਰ ਕੰਮ ਦੀ ਦੇਖ ਰੇਖ ਕਰ ਰਹੇ। ਤੇ ਹੁਣ ਕਿਤੇ ਤੁਹਾਨੂੰ ਡਰ ਪੈਦਾ ਲੱਗਦਾ ਕਿ ਹੋ ਸਕਦਾ ਵੈਰੀਫਿਕੇਸ਼ਨ ਦੇ ਵਿੱਚ ਕੋਈ ਗੜਬੜੀ ਕੀਤੀ ਜਾ ਸਕਦੀ ਜਾਂ ਫਿਰ ਕਿਤੇ ਨਾ ਕਿਤੇ ਤੁਹਾਨੂੰ ਲੱਗਦਾ ਕਿ ਕੁਝ? ਸਰ ਮੈਂ ਪਹਿਲੇ ਵੀ ਇੱਕ ਚੀਜ਼ ਕਹਿ ਚੁੱਕਿਆ ਕਿ ਡਰ ਡਰ ਆਪਾਂ ਨੂੰ ਕੋਈ ਨਹੀਂ ਹੈ ਕਿਉਂਕਿ ਅਸੀਂ ਕੋਈ ਚੋਰੀ ਨਹੀਂ ਕਰ ਰਹੇ, ਕਿਸੇ ਤੋਂ ਠੱਗ ਨਹੀਂ ਰਹੇ। ਨਹੀਂ, ਕਹਿਣ ਤੋਂ ਭਾਵ ਡਰ ਉਸ ਚੀਜ਼ ਦਾ ਕਿ ਤੁਹਾਨੂੰ ਲੱਗਦਾ ਕਿ ਜਿਹੜੀ ਵੈਰੀਫਿਕੇਸ਼ਨ ਹੈ ਕਿਸੇ ਹੋਰ ਤਰੀਕੇ ਨਾਲ ਜਾਂ ਜਿਹੜੇ ਸਫਾਈ ਕਰਮਚਾਰੀ ਸਫਾਈ ਦੇ ਜਿਨ੍ਹਾਂ ਦੇ ਬੰਦ ਆ ਉਹਨਾਂ ਤੋਂ ਇਲਾਵਾ ਕਿਸੇ ਹੋਰਾਂ ਦਾ ਵੀ ਨਾਮ ਨਾ ਕਿਤੇ ਪਾਇਆ ਜਾਣਾ। ਹਾਂ ਬਿਲਕੁਲ ਡਰ ਜਿਹੜਾ ਇਸ ਚੀਜ਼ ਦਾ ਹੈ ਕਿ ਜਿਹੜੇ ਸਫਾਈ ਕਰਮਚਾਰੀ ਪਿਛਲੇ 10 ਸਾਲ ਤੋਂ ਮਿਹਨਤ ਕਰ ਰਹੇ ਆ ਵੀ ਉਹਨਾਂ ਨੂੰ ਛੱਡ ਕੇ ਜਾਂ ਉਹਨਾਂ ਵਿੱਚੋਂ 5-10 ਬੰਦੇ ਇੱਧਰ ਉੱਧਰ ਇਗਨੋਰ ਕਰਕੇ ਕੋਈ ਹੋਰ ਬੰਦੇ ਨਾਲ ਵੀ ਸ਼ਾਮਿਲ ਕਰ ਦਿੱਤੇ ਜਾਣ। ਇਸ ਲਈ ਅਸੀਂ ਇਸ ਜਾਂਚ ਨੂੰ ਅਜੇ ਸਾਡੇ ਹਿਸਾਬ ਨਾਲ ਤਾਂ ਸ਼ੁਰੂ ਹੀ ਨਹੀਂ ਹੋਈ ਹੈ ਜੀ। ਜਲੰਧਰ ਪੱਧਰ ਤੇ ਕਿਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਇਸ ਵੈਰੀਫਿਕੇਸ਼ਨ ਦੀ? ਕਮਿਸ਼ਨਰ ਨਗਰ ਨਿਗਮ ਜਲੰਧਰ ਸਾਹਿਬ ਦੀ ਬਣਦੀ ਹੈ। ਠੀਕ ਹੈ, ਅਜੇ ਤੱਕ ਉਹਨਾਂ ਨਾਲ ਤੁਹਾਡੀ ਤਾਲਮੇਲ ਹੋਈ, ਗੱਲਬਾਤ ਹੋਈ? ਨਹੀਂ ਕਿਸੇ ਪ੍ਰਕਾਰ ਦੀ ਜਾਂ ਉਹਨਾਂ ਨੇ ਤੁਹਾਨੂੰ ਪੁੱਛ ਕੇ ਬੁਲਾਇਆ ਹੋਇਆ ਕਿ ਸਰ ਇਸ ਤਰੀਕੇ ਨਾਲ ਸਾਨੂੰ ਕੋਆਪਰੇਟ ਕਰੋ ਜਿਸ ਤਰ੍ਹਾਂ? ਦੇਖੋ ਜੀ, ਐਜ਼ ਏ ਕਾਨੂੰਨ ਨਗਰ ਨਿਗਮ ਜਲੰਧਰ ਦੇ ਕਮਿਸ਼ਨਰ ਜਿਹੜੇ ਉਹ ਸਾਡੇ ਸੁਪਰੀਮ ਹੈ, ਬੌਸ ਹੈ, ਆਫੀਸਰ ਹੈ। ਓਕੇ, ਉਹਨਾਂ ਦੀ ਰਿਸਪੌਂਸਿਬਿਲਟੀ ਬਣਦੀ ਹੈ ਵੀ ਯੂਨੀਅਨ ਦੇ ਨੁਮਾਇੰਦੇ ਨੂੰ ਮੇਰੇ ਵੱਲੋਂ ਕੇਸ ਦਾਇਰ ਹੈ, ਮੈਨੂੰ ਬੁਲਾਉਣ, ਮੀਟਿੰਗ ਦੇ ਵਿੱਚ ਬਿਠਾਉਣ, ਮੈਨੂੰ ਦੱਸਣ ਵੀ ਐਸ ਡਾਕਟਰ ਦੀ ਜਾਂ ਐਸ ਇੰਸਪੈਕਟਰ ਦੀ ਜਾਂ ਐਸ ਸੁਪਰਵਾਈਜ਼ਰ ਦੀ ਅਸੀਂ ਡਿਊਟੀ ਲਾਈ ਹੈ ਤਾਂ ਕਿ ਅਸੀਂ ਉਹਨੂੰ ਸਮਝਾ ਸਕੀਏ, ਦਿਖਾ ਸਕੀਏ ਵੀ ਇਹਨਾਂ ਬੰਦਿਆਂ ਨਾਲ ਮੁਲਾਕਾਤ ਕਰਕੇ ਤੂੰ ਇਹਨਾਂ ਬੰਦਿਆਂ ਨੂੰ ਤੁਸੀਂ ਵੈਰੀਫਾਈ ਕਰ ਸਕਦੇ। ਸਰ, ਅਗਰ ਤੁਹਾਡੇ ਮੁਤਾਬਿਕ ਲਾਸਟ ਕੀ ਟਾਈਮ ਦਿੱਤਾ ਗਿਆ ਸੁਪਰੀਮ ਕੋਰਟ ਵੱਲੋਂ? 21 ਦਸੰਬਰ ਜੀ। 21 ਦਸੰਬਰ ਨੂੰ ਤੁਹਾਡੇ ਮੁਤਾਬਿਕ ਕਿਸੇ ਵੀ ਤਰ੍ਹਾਂ ਦੀ ਇਹਨਾਂ ਦੇ ਹੱਕ 'ਚ ਕੋਈ ਕਾਰਵਾਈ ਨਹੀਂ ਹੁੰਦੀ ਤੇ ਫਿਰ ਤੁਹਾਡੇ ਵੱਲੋਂ ਅਗਲਾ ਕੀ ਸਟੈਪ ਰਹੇਗਾ? ਸਾਡੇ ਵੱਲੋਂ ਤਾਂ ਅਗਲਾ ਸਟੈਪ ਇਹੀ ਹੈ ਜੀ ਵੀ ਪਹਿਲੀ ਗੱਲ ਤਾਂ ਮਾਨਯੋਗ ਕਮਿਸ਼ਨ ਜਿਹੜਾ ਇਸ ਚੀਜ਼ ਦਾ ਸੰਗਿਆਨ ਲਊਗਾ ਕਿਉਂਕਿ ਉਹਨਾਂ ਤੋਂ ਉੱਪਰ ਤਾਂ ਕੁਝ ਵੀ ਨਹੀਂ ਹੈ। ਉਹ ਸੰਗਿਆਨ ਲੈਣਗੇ ਵੀ ਉਹਨਾਂ ਨੇ ਦੇਖਣਾ ਕੀ ਕਰਨਾ ਕੀ ਨਹੀਂ ਕਰਨਾ। ਸਾਡਾ ਤਾਂ ਪਹਿਲਾ ਔਰ ਆਖਰੀ ਫੈਸਲਾ ਜਿਹੜਾ ਵੀ ਮਰਦੇ ਦਮ ਤੱਕ ਇਹਨਾਂ ਦੀ ਇਨਸਾਫ ਲਈ ਲੜਾਂਗੇ ਔਰ ਇਹਨਾਂ ਨੂੰ ਇਹ ਨੌਕਰੀਆਂ ਦਿਵਾ ਕੇ ਲਵਾਂਗੇ। ਇਹਨਾਂ ਨੇ ਜਿਹੜੀ 10 ਸਾਲ ਤੋਂ ਮਿਹਨਤ ਕੀਤੀ ਹੈ ਉਹ
ਕੀ ਨਾਂ ਸਰ ਤੁਹਾਡਾ? ਮੇਰਾ ਨਾਮ ਜੀ ਰਾਜ ਕੁਮਾਰ ਹੈ ਜੀ। ਰਾਜ ਕੁਮਾਰ ਜੀ, ਅਸੀਂ ਕਿਹੜੀ ਜਗ੍ਹਾ ਤੇ ਇਸ ਟਾਈਮ ਖੜੇ ਆ? ਅਰਬਨ ਸਟੇਟ ਫੇਸ 2 ਦੇ ਵਿੱਚ ਜੀ, ਜਲੰਧਰ। ਅੱਛਾ, ਕੀ ਸਮੱਸਿਆ ਕੀ ਆ ਰਹੀ ਹੈ ਤੁਹਾਨੂੰ, ਉਹ ਦੱਸੋ ਪਹਿਲਾਂ ਮੈਨੂੰ। ਸਮੱਸਿਆ ਇਹ ਹੈ ਜੀ, ਅਸੀਂ 8-9 ਸਾਲ ਤੋਂ ਬਿਨਾਂ ਪੈਸੇ ਤੋਂ ਕੰਮ ਕਰ ਰਹੇ ਹਾਂ ਠੀਕ ਹੈ। ਤੇ ਜਿਹੜੇ ਇੱਥੇ ਘਰਾਂ ਵਾਲੇ ਉਹਨਾਂ ਕੋਲ ਥੋੜ੍ਹੇ ਬਹੁਤੇ ਪੈਸੇ ਲੈ ਕੇ ਆਪਣਾ ਘਰਾਂ ਦਾ ਗੁਜ਼ਾਰਾ ਕਰਦੇ ਹਾਂ। ਠੀਕ ਹੈ। ਤੇ ਅਸੀਂ ਚੰਗੀ ਸਰਕਾਰ ਕੋਲ ਬੇਨਤੀ ਕਰਦੇ ਹਾਂ ਕਿ ਸਾਨੂੰ ਪੱਕੇ ਕੀਤਾ ਜਾਵੇ ਠੀਕ ਹੈ। ਤੇ ਜਿਹੜਾ ਸਾਡੇ ਘਰ ਦਾ ਰੋਜ਼ਗਾਰ ਸਹੀ ਤਰੀਕੇ ਨਾਲ ਚੱਲੇ। ਅਜੇ ਤੱਕ 8-9 ਸਾਲ 10 ਸਾਲ ਹੋ ਗਿਆ, ਕਿਸੇ ਸਰਕਾਰ ਨੇ ਤੁਹਾਡੀ ਕੋਈ ਪੁੱਛਗਿੱਛ ਨਹੀਂ ਕੀਤੀ? ਬਿਲਕੁਲ ਨਹੀਂ ਜੀ, ਕਿਸੇ ਵਿਧਾਇਕ ਨੇ, ਕਿਸੇ ਐਮਪੀ ਨੇ, ਕਿਸੇ ਹੋਰ ਜਾਂ ਸਰਕਾਰ ਡਿਪਾਰਟਮੈਂਟ ਚੋਂ ਕਿਸੇ ਨੇ ਵੀ? ਕਿਸੇ ਨੇ ਨਹੀਂ ਜੀ। ਹੁਣ ਤੁਸੀਂ ਉਮੀਦਾਂ ਲੈ ਕੇ ਕਿਹਨਾਂ ਤੇ ਯਕੀਨ ਆ ਤੁਹਾਨੂੰ ਕਿ ਜੋ ਤੁਹਾਡੀਆਂ ਸਰਕਾਰਾਂ ਤੁਹਾਡੀਆਂ ਮੰਗਾਂ ਕਰਨਗੀਆਂ ਪੂਰੀਆਂ? ਅਸੀਂ ਜੀ ਚੰਗੀ ਸਰਕਾਰ ਤੇ ਹੀ ਆਪਣਾ ਰੱਖਿਆ ਪਿਆ ਵਾ, ਜੋ ਕਰਨਗੇ ਸਾਡੇ ਵਾਸਤੇ ਉਹ ਠੀਕ ਹੀ ਕਰਨਗੇ। ਕਮਿਸ਼ਨ ਸਾਹਿਬ ਨੂੰ ਮਿਲੇ ਤੁਸੀਂ? ਲੱਗਦਾ ਤੁਹਾਡਾ ਇੱਕ ਆਰਡਰ ਨਿਕਲ ਚੁੱਕਿਆ ਕਿ ਤੁਹਾਨੂੰ ਪੱਕੇ ਕੀਤਾ ਜਾਵੇ, ਉਹਦੇ ਬਾਰੇ ਨੌਲੇਜ ਹੈ ਤੁਹਾਨੂੰ ਕਿ ਨਹੀਂ? ਸਾਨੂੰ ਮਾੜਾ ਮੋਟਾ ਦੱਸਿਆ ਗਿਆ ਜੀ ਕਿ ਹੋ ਸਕਦੇ ਤੁਸੀਂ ਪੱਕੇ। ਹਾਂ। ਹੁਣ ਚੰਗੀ ਸਰਕਾਰ ਨੇ ਵੀ ਆਰਡਰ ਦਿੱਤੇ ਨੇ, ਅੱਗੋਂ ਦੇਖੋ ਕੀ ਕਰਦੇ ਨੇ।